ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਵਾਸ਼ਿੰਗਟਨ ਸਿੰਘ, ਸੱਸਾ ਮਾਸਟਰ, ਸਰਕਾਰੀ ਹਾਈ ਸਕੂਲ ਮਾਣਕੂ ਮਾਜਰਾ, ਜ਼ਿਲ੍ਹਾ ਰੋਪੜ, ਤੁਹਾਡੇ ਨਾਲ 24 ਕੈਟਾਗਰੀਆਂ ਦੇ ਮਸਲੇ ਦੇ ਸੰਬੰਧੀ ਕੁਝ ਵਿਚਾਰ ਚਰਚਾ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ 24 ਕੈਟਾਗਰੀਆਂ ਦੇ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪੇ ਕਮਿਸ਼ਨ ਵੱਲੋਂ 2.59 ਦਾ ਗੁਣਾਂਕ ਦਿੱਤਾ ਗਿਆ, ਪਰ ਅਸੀਂ ਉਸ ਚੀਜ਼ ਨੂੰ ਲਾਗੂ ਕਰਾਉਣ ਵਿੱਚ ਕਾਮਯਾਬ ਨਹੀਂ ਹੋਏ। ਕਾਰਨ ਦਾ ਇਹ ਹੋਇਆ ਕਿ ਪੰਜਾਬ ਰਾਜ ਅਧਿਆਪਕ ਗੱਠਜੋੜ ਤੇ ਮਾਸਟਰ ਕੇਡਰ ਯੂਨੀਅਨ ਤੋਂ ਇਲਾਵਾ 2.59 ਦਾ ਮੁੱਦਾ ਕਿਸੇ ਵੀ ਜਥੇਬੰਦੀ ਨੇ ਆਪਣਾ ਮੰਗ ਪੱਤਰ 'ਚ ਸ਼ਾਮਲ ਨਹੀਂ ਕੀਤਾ, ਨਾ ਇੱਥੇ ਚਰਚਾ ਕੀਤੀ ਹੈ। ਤੇ ਅਗਲਾ ਕਾਰਨ ਇਹ ਰਿਹਾ ਵੀ ਅਸੀਂ ਵੀ ਸਾਡਾ ਵੀ ਜਿਹੜੇ ਸਾਰੇ ਅਧਿਆਪਕ ਹੈ ਉਹ ਚਮਕੌਰ ਸਾਹਿਬ ਤੇ ਮਰਿੰਡਾ ਦੀਆਂ ਰੈਲੀਆਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਬਹੁਤ ਨਿਰਾਸ਼ਾਜਨਕ ਰਹੀ ਹੈ, ਜਿਸ ਕਰਕੇ ਲੋਕ ਸੰਘਰਸ਼ ਲਈ ਘਰੋਂ ਬਾਹਰ ਨਹੀਂ ਨਿਕਲਦੇ। ਇਸ ਕਾਰਨ ਸਾਨੂੰ ਇੱਕ ਕਾਨੂੰਨੀ ਲੜਾਈ ਵੱਲ ਤੁਰਨਾ ਪਿਆ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੇ ਪੱਖ ਜਿਹੜੇ ਦੱਸਣਾ ਚਾਹਾਂਗਾ। ਸਭ ਤੋਂ ਪਹਿਲਾ ਪੱਖ ਹੈ ਕਿ 24 ਕੈਟਾਗਰੀਆਂ ਦੇ ਵਿੱਚ ਕਿਹੜੇ ਕਿਹੜੇ ਅਧਿਆਪਕ ਸ਼ਾਮਲ ਹੈ। ਇਹਦੇ ਵਿੱਚ ਸਿੱਖਿਆ ਵਿਭਾਗ ਦੇ ਵੀ ਹੈਗੇ ਆ, ਪਰ ਅਸੀਂ ਸਿਰਫ ਸਿਹਤ ਵਿਭਾਗ ਦੇ ਵੀ ਹੈਗੇ ਆ, ਪਰ ਅਸੀਂ ਸਿੱਖਿਆ ਵਿਭਾਗ ਦੀ ਗੱਲ ਕਰਾਂਗੇ। 24 ਕੈਟਾਗਰੀਆਂ ਦੇ ਵਿੱਚ ਪ੍ਰਾਇਮਰੀ ਵਰਗ ਦੇ ਵਿੱਚੋਂ JVT, ETT, HT, CHT ਤੇ BPO, ਸੈਕੰਡਰੀ ਵਰਗ ਦੇ ਵਿੱਚੋਂ C&V ਕੇਡਰ, ਮਾਸਟਰ ਕੇਡਰ, ਲੈਕਚਰਰ ਕੇਡਰ, ਵੋਕੇਸ਼ਨਲ ਮਾਸਟਰ ਤੇ ਹੈਡਮਾਸਟਰ, ਇਹ ਸਾਰੇ ਜਿਹੜੇ ਆ 24 ਕੈਟਾਗਰੀਆਂ ਦੇ ਮਸਲੇ ਵਿੱਚ ਆਉਂਦੇ ਆ। ਇਹਨਾਂ ਨੂੰ ਪੇ ਕਮਿਸ਼ਨ ਵੱਲੋਂ 2.59 ਦਾ ਗੁਣਾਂਕ ਦਿੱਤਾ ਗਿਆ। ਹੁਣ ਸਭ ਤੋਂ ਪਹਿਲਾਂ ਮੈਂ 24 ਕੈਟਾਗਰੀਆਂ ਦਾ ਮਸਲਾ ਕੀ ਹੈ, ਕਿਉਂਕਿ ਸਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ, ਹਾਲੇ ਜਾਂ ਤਾਂ ਅਸੀਂ ਉਹਨਾਂ ਤੱਕ ਪਹੁੰਚਾਏ ਨਹੀਂ ਸਕੇ। ਇਹ ਵੀਡੀਓ ਬਣਾਉਣ ਦਾ ਵੀ ਕਾਰਨ ਇਹੀ ਹੈ ਕਿ ਸਾਰਿਆਂ ਨੂੰ ਜਿਹੜਾ 24 ਕੈਟਾਗਰੀਆਂ ਬਾਰੇ ਪਤਾ ਲੱਗ ਜਾਏ ਕਿ ਮਸਲਾ ਕੀ ਹੈ। ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਿੱਛੇ ਜਾਣਾ। ਜਦੋਂ 5ਵਾਂ ਪੇ ਕਮਿਸ਼ਨ ਆਇਆ, 5ਵਾਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ 19/4/2009 ਨੂੰ ਜਾਰੀ ਹੋਈ ਹੈ ਤੇ RC ਨਈਅਰ ਨੇ ਅਗਲੇ ਦਿਨ ਜਿਹੜੇ ਪੇ ਕਮਿਸ਼ਨ ਸੀਗੇ, ਉਸ ਵੇਲੇ ਮੈਂਬਰ ਸੈਕਟਰੀ ਸੀਗੇ RC ਨਈਅਰ, ਉਹਨਾਂ ਨੇ ਦੂਜੇ ਦਿਨ ਇਹ ਮਹਿਸੂਸ ਕੀਤਾ ਕੈਟਾਗਰੀਆਂ 'ਚ ਕੰਮ ਕਰਦੇ ਅਧਿਆਪਕਾਂ ਨੂੰ 1-1000 ਗ੍ਰੇਡ ਪੇ ਜਿਹੜੀ ਘੱਟ ਦਿੱਤੀ ਗਈ ਹੈ ਤੇ 21/4/2009 ਨੂੰ ਇੱਕ ਕਰੈਕਸ਼ਨ ਲੈਟਰ ਜਾਰੀ ਕਰਕੇ ਉਹਨਾਂ ਨੇ ਆਪਣੀ ਇਸ ਗਲਤੀ ਨੂੰ ਦਰੁਸਤ ਕਰਦਿਆਂ ਇਹ ਜਿਹੜੀਆਂ ਕੈਟਾਗਰੀਆਂ ਦਾ ਮੈਂ ਵਰਣਨ ਕੀਤਾ, ਇਹਨਾਂ ਨੂੰ 1000 ਗ੍ਰੇਡ ਪੇ ਵਾਧੂ ਦੇ ਦਿੱਤੀ। 1000 ਗ੍ਰੇਡ ਪੇ ਦਾ ਮਤਲਬ 1000 ਰੁਪਈਆ ਨਹੀਂ ਹੈ। 1000 ਗ੍ਰੇਡ ਪੇ ਦੇ ਨਾਲ ਇਨੀਸ਼ੀਅਲ ਪੇ 'ਚ ਬਹੁਤ ਵੱਡਾ ਫਰਕ ਪੈਂਦਾ। ਉਦਾਹਰਨ ਲੈਣੇ ਮਾਸਟਰ ਕੇਡਰ ਦੀ। ਮਾਸਟਰ ਕੇਡਰ ਦੇ ਵਿੱਚ ਜੇ ਗੱਲ ਕਰੀਏ 3600 ਗ੍ਰੇਡ ਪੇ ਦੇ ਨਾਲ ਜਿਹੜੀ ਸਾਨੂੰ 116 ਤੋਂ ਮਿਲੀ ਹੈ 14430 ਬੇਸਿਕ ਬਣਦੀ ਹੈ, ਤੇ 1/10/11 ਤੋਂ ਜਦੋਂ ਸਾਨੂੰ 4600 ਮਿਲੀ ਤਾਂ 18030 ਬਣੀ ਹੈ। 4000 ਬੇਸਿਕ ਪੇ ਦਾ ਵੱਡਾ ਫਰਕ ਹੈ। ਇਸ ਚੀਜ਼ ਨੂੰ ਹੁਣ ਵਾਲੇ ਪੇ ਕਮਿਸ਼ਨ ਨੇ ਜਿਹੜਾ ਹੈਗਾ ਉਹਨਾਂ ਇਹਨੂੰ ਸਵੀਕਾਰ ਕੀਤਾ ਹੈ। ਉਹਨਾਂ ਇਹਨੂੰ ਸਵੀਕਾਰ ਕਰਦਿਆਂ ਕਿਹਾ, ਹੁਣ ਇਹ ਤੋਂ ਪਹਿਲਾਂ ਮੈਂ ਥੋੜਾ ਜਿਹਾ ਹੋਰ ਪਿੱਛਾ ਚੱਲ ਜਾਵਾਂ, ਗੱਲ ਪਿੱਛਾ ਲੈ ਕੇ ਜਾ ਰਿਹਾ ਵੀ ਜਦੋਂ 1/10/11 ਨੂੰ ਜਲੰਧਰ ਰੈਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਕਰੈਕਸ਼ਨ ਲੈਟਰ ਨੂੰ ਇੰਪਲੀਮੈਂਟ ਕੀਤਾ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਵਾਲੇ ਨੂੰ, ਜਿਹਦੇ ਮੁਤਾਬਕ ਤੁਹਾਨੂੰ 4600 ਗ੍ਰੇਡ ਪੇ ਮਿਲੀ ਹੈ। ਪਰ ਉਸ ਤੋਂ ਬਾਅਦ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਸਬ ਕਮੇਟੀ ਦੇ ਰਾਹੀਂ ਬਹੁਤ ਸਾਰੇ ਵਰਗ ਜਿਹੜੇ ਆ ਉਹ ਆਪਣੀਆਂ ਗ੍ਰੇਡ ਪੇਆਂ 'ਚ ਵਾਧਾ ਕਰਾ ਗਏ, ਜਿਵੇਂ ਸਾਡੀ ਵੀ 5000 ਗ੍ਰੇਡ ਪੇ ਹੋ ਗਈ ਸੀ। ਜਦੋਂ ਹੁਣ 6ਵਾਂ ਪੇ ਕਮਿਸ਼ਨ ਦੀ ਰਿਪੋਰਟ ਆਈ ਹੈ ਤਾਂ 6ਵੇਂ ਪੇ ਕਮਿਸ਼ਨ ਨੇ ਸਮੁੱਚੇ ਮੁਲਾਜ਼ਮਾਂ ਨੂੰ 3 ਹਿੱਸਿਆਂ ਵਿੱਚ ਵੰਡਿਆ। ਪਹਿਲੇ ਹਿੱਸੇ ਦੇ ਵਿੱਚ ਉਹਨੇ ਉਹਨਾਂ ਮੁਲਾਜ਼ਮਾਂ ਨੂੰ ਲਿਆ ਜਿਨ੍ਹਾਂ ਨੂੰ ਜਿਹੜੀ 1-6 ਨੂੰ ਗ੍ਰੇਡ ਪੇ ਮਿਲ ਗਈ, ਉਹਨਾਂ ਦੀ ਗ੍ਰੇਡ ਪੇ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ, ਤੇ ਉਹਨਾਂ ਨੂੰ ਉਹਨੇ 2.59 ਦਾ ਗੁਣਾਂਕ ਜਿਹੜਾ ਦਿੱਤਾ। ਦੂਜੇ ਗਰੁੱਪ ਦੇ ਵਿੱਚ ਉਹਨੇ ਉਹਨਾਂ ਅਧਿਆਪਕਾਂ ਨੂੰ ਰੱਖਿਆ, ਜਿਨ੍ਹਾਂ ਮੁਲਾਜ਼ਮਾਂ ਨੂੰ ਰੱਖਿਆ ਜਿਨ੍ਹਾਂ ਦੀਆਂ ਗ੍ਰੇਡ ਪੇਆਂ ਰਿਵਾਈਜ਼ ਹੋਈਆਂ। ਉਹਨੂੰ ਵੀ ਅੱਗੇ ਉਹਨੇ 2 ਹਿੱਸਿਆਂ 'ਚ ਵੰਡਿਆ। ਪਹਿਲੇ ਹਿੱਸੇ ਵਿੱਚ ਉਹ ਮੁਲਾਜ਼ਮ
ਜਿਨ੍ਹਾਂ ਦੀ ਗ੍ਰੇਡ ਪੇ ਦੇ ਵਿੱਚ ਵਾਧਾ ਪੇ ਕਮਿਸ਼ਨ ਦੀਆਂ ਲੇਟ ਇੰਪਲੀਮੈਂਟੇਸ਼ਨ ਕਾਰਨ ਹੋਇਆ ਸੀ। ਜਿਵੇਂ ਸਾਡਾ 3600 ਤੋਂ 4600 ਹੋਇਆ ਸੀ, ਉਹਨਾਂ ਨੂੰ ਨੇ ਸਵੀਕਾਰ ਕਰਕੇ ਦੂਜੇ ਮੁਲਾਜ਼ਮਾਂ ਦੀ ਤਰ੍ਹਾਂ 2.59 ਦਾ ਗੁਣਾਂਕ ਦਿੱਤਾ। ਤੇ ਬਾਕੀ ਜਿਹੜੇ ਸਬ ਕਮੇਟੀ ਦੀਆਂ ਸਿਫਾਰਿਸ਼ਾਂ ਸੀ, ਜਿੱਦਾਂ ਸਾਡੀ 4600 ਤੋਂ 5000 ਹੋਈ ਸੀ ਤੇ ਹੋਰ ਬਹੁਤ ਸਾਰੇ ਵਰਗਾਂ ਦੀਆਂ ਗ੍ਰੇਡ ਪੇਆਂ 'ਚ ਵਾਧਾ ਹੋਇਆ ਸੀ, ਉਹਨੂੰ ਉਹਨੇ ਨਾ ਮਨਜ਼ੂਰ ਕਰਤਾ, ਰਿਜੈਕਟ ਕਰ ਦਿੱਤਾ ਤੇ ਉਹਨਾਂ ਨੂੰ 2.25 ਦਾ ਗੁਣਾਂਕ ਦਿੱਤਾ। ਜੇ ਉਹਨਾਂ ਨੇ 2.59 ਦਾ ਗੁਣਾਂਕ ਲੈਣਾ ਹੈ ਤਾਂ ਉਹ 2011 'ਚ ਹੋਏ ਮੇਰੇ ਵਾਧਿਆਂ ਨੂੰ ਛੱਡਣਗੇ। ਇਸੇ ਤਰ੍ਹਾਂ 15% ਵਾਧੇ ਦੀ ਵੀ ਜਿਹੜੀ ਸਾਡੀ ਖੁਸ਼ੀ ਹੈ, ਇਹ ਕੋਈ ਸਥਾਈ ਖੁਸ਼ੀ ਨਹੀਂ ਹੈ, ਇਹ ਕਿਸੇ ਵੇਲੇ ਵੀ ਸਾਡੇ ਕੋਲੋਂ ਖੁੱਸ ਸਕਦੀ ਹੈ। ਮੈਂ 15% ਵਾਧੇ ਅਤੇ 2.59 ਦਾ ਜਿਹੜਾ ਤੁਲਨਾਤਮਕ ਵੇਰਵਾ ਉਹ ਕਰਦਾ ਵੀ ਦੋਹਾਂ ਨਾਲ ਕਿਆ ਲਾਭ ਹੋਵੇਗਾ। 15% ਵਾਧੇ ਦੇ ਨਾਲ ਜਿਹੜੇ ਸਾਥੀਆਂ ਨੇ 15% ਵਾਧਾ ਲਿਆ, ਉਦਾਹਰਨ ਮਾਸਟਰ ਕੇਡਰ ਦੀ ਹੈ, ਇਹ ਮਾਸਟਰ ਕੇਡਰ ਦੀ ਉਦਾਹਰਨ ਲੈ ਕੇ ਦੇ ਰਿਹਾ ਹੈ, ਸਾਰੇ ਵਰਗਾਂ ਨਾਲ ਇਦਾਂ ਹੋਇਆ। ਉਹ 45,400 ਤੇ ਫਿੱਟ ਹੋਏ ਹੈ। 15% ਜਿਨ੍ਹਾਂ ਨੇ ਵਾਧਾ ਲਿਆ, ਸ਼ੁਰੂਆਤੀ ਤਨਖਾਹ ਗਰੁੱਪ ਕਿਹੜਾ ਬਣਿਆ ਉਹਨਾਂ ਦਾ? ਸੀ। ਧਿਆਨ ਨਾਲ ਦੇਖਣ ਯੋਗ ਹੈ, ਗਰੁੱਪ ਸੀ ਲੈਵਲ 10। ਤੇ ਦੂਜੇ ਪਾਸੇ ਜੇ ਕਿਤੇ ਪੇ 2.59 ਦਾ ਗੁਣਾਂਕ ਮਿਲ ਜਾਂਦਾ, ਨਵੇਂ ਜਿੰਨੇ ਵੀ ਅਧਿਆਪਕ ਸਾਥੀ ਹੈ ਉਹਨਾਂ ਲਈ 18,030 ਗੁਣਾ 2.59 46,700 ਬਣਦਾ। ਫਿਟਮੈਂਟ 19,47,600 ਤੇ ਹੋਣਾ ਤੇ ਲੈਵਲ ਕਿਹੜਾ ਹੋਏਗਾ? 14। ਗਰੁੱਪ ਕਿਹੜਾ? ਬੀ। ਇੱਥੇ 15% ਵਾਧੇ ਦੇ ਨਾਲ ਤੁਸੀਂ ਗਰੁੱਪ ਸੀ 'ਚ ਰਹੋਗੇ, ਲੈਵਲ 10 'ਚ ਰਹੋਗੇ, 2.59 ਦੇ ਨਾਲ ਲੈਵਲ 14 'ਚ ਆਉਂਗੇ, ਗਰੁੱਪ ਬੀ 'ਚ ਆਉਂਗੇ। ਸਟੇਟਸ ਦਾ ਵੀ ਫਰਕ ਹੈ। ਹੁਣ ਅਗਲੀ ਗੱਲ ਮੈਂ ਇੱਕ ਹੋਰ ਤੁਹਾਨੂੰ ਦੱਸਣੀ ਚਾਹਨਾ, ਜਿਸ ਤਰ੍ਹਾਂ ਸਾਡੀ 5000 ਗ੍ਰੇਡ ਪੇ ਨੂੰ ਇਸ ਪੇ ਕਮਿਸ਼ਨ ਨੇ ਨਹੀਂ ਮੰਨਿਆ, ਜਦੋਂ ਹੁਣ ਅਗਲਾ ਪੇ ਕਮਿਸ਼ਨ ਆਊਗਾ ਉਸ ਵੇਲੇ ਵੀ ਇਸੇ ਤਰ੍ਹਾਂ ਹੋਣਾ। 15% ਜਿਹੜਾ ਵਾਧਾ ਹੈ ਉਹ ਅਗਲੇ ਪੇ ਕਮਿਸ਼ਨ ਜੇ ਨਹੀਂ ਮੰਨਦਾ, ਜਿਵੇਂ ਸਾਡੀ 5000 ਗ੍ਰੇਡ ਪੇ ਨੂੰ ਨਹੀਂ ਮੰਨਿਆ, ਤਾਂ ਫਿਰ ਕਿਆ ਸਥਿਤੀ ਬਣਨੀ? ਜਿਨ੍ਹਾਂ ਨੇ 15% ਵਾਧਾ ਲਿਆ, ਫਿਰ ਇਹ ਸਥਿਤੀ ਬਣ ਜਾਣੀ 18,450 ਗੁਣਾ 2.25 ਨਾਲ ਆ ਜਾਣਾ ਵੀ 41,513 41,600 ਤੇ ਫਿੱਟ ਹੋਣਗੇ। ਲੈਵਲ 10 ਗਰੁੱਪ ਸੀ ਜਿਹੜੇ 45,400 ਤੇ ਫਿੱਟ ਹੋਏ ਆ, ਅਗਲੇ ਪੇ ਕਮਿਸ਼ਨ ਨੇ ਉਹਨਾਂ ਨੂੰ 41,600 ਮੰਨ ਕੇ ਫਿਟਮੈਂਟ ਦੇਣੀ ਹੈ। ਪਰ ਜੇ 2.59 ਦਾ ਲਾਭ ਮਿਲ ਜਾਂਦਾ ਹੈ, ਫਿਰ ਉਹ 47,600 ਤੇ ਲੈਵਲ 14 ਗਰੁੱਪ ਬੀ ਦੇ ਵਿੱਚ ਆਣਗੇ। ਸੋ ਮੈਂ ਇੱਕ ਵਾਰ ਫਿਰ 15% ਵਾਲਿਆਂ ਲਈ ਖਾਸ ਤੌਰ ਤੇ ਗੱਲ ਕਰਦਾ, ਜਿਹੜੇ ਇਹਦੇ ਨਾਲ ਖੁਸ਼ ਹੋਏ ਆ। ਜੇ ਉਹਨਾਂ ਨੂੰ 2.59 ਦਾ ਲਾਭ ਮਿਲਦਾ ਹੈ ਤਾਂ ਉਹ 47,600 ਤੇ ਜਾਣਗੇ। 41,600 ਨਾਲ ਜੇ ਉਹਨਾਂ ਦਾ 15% ਪੇ ਕਮਿਸ਼ਨ ਦੀ ਫਿਕਸੇਸ਼ਨ ਲਈ ਕੱਢ ਦਿੱਤਾ ਜਾਂਦਾ ਤਾਂ 6,000 ਬੇਸਿਕ ਪੇ ਦਾ ਉਹਨਾਂ ਨੂੰ ਫਰਕ ਪੈਂਦਾ। 6,000 ਬੇਸਿਕ ਦਾ ਮਤਲਬ 10,000 ਸੈਲਰੀ ਜਿਹੜੀ ਅੱਜ ਦੀ ਤਰੀਕ 'ਚ। ਸੋ ਸਾਥੀਓ, ਇਹ ਜਿਹੜਾ ਹੈਗਾ, ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹਨਾ ਉਹ ਇਹ ਗੱਲ ਹੈ ਕਿ ਸਾਨੂੰ ਇਸ ਕਾਨੂੰਨੀ ਲੜਾਈ ਲਈ ਕਿਉਂ ਤੁਰਨਾ ਪਿਆ, ਕਿਉਂਕਿ ਸੰਘਰਸ਼ ਦੇ ਵਿੱਚ ਬਹੁਤ। ਇਸੇ ਤਰ੍ਹਾਂ 15% ਵਾਧੇ ਦੀ ਵੀ ਜਿਹੜੀ ਸਾਡੀ ਖੁਸ਼ੀ ਹੈ, ਇਹ ਕੋਈ ਸਥਾਈ ਖੁਸ਼ੀ ਨਹੀਂ ਹੈ, ਇਹ ਕਿਸੇ ਵੇਲੇ ਵੀ ਸਾਡੇ ਕੋਲੋਂ ਖੁੱਸ ਸਕਦੀ ਹੈ। ਮੈਂ 15% ਵਾਧੇ ਅਤੇ 2.59 ਦਾ ਜਿਹੜਾ ਤੁਲਨਾਤਮਕ ਵੇਰਵਾ ਉਹ ਕਰਦਾ ਵੀ ਦੋਹਾਂ ਨਾਲ ਕਿਆ ਲਾਭ ਹੋਵੇਗਾ। 15% ਵਾਧੇ ਦੇ ਨਾਲ ਜਿਹੜੇ ਸਾਥੀਆਂ ਨੇ 15% ਵਾਧਾ ਲਿਆ, ਉਦਾਹਰਨ ਮਾਸਟਰ ਕੇਡਰ ਦੀ ਹੈ, ਇਹ ਮਾਸਟਰ ਕੇਡਰ ਦੀ ਉਦਾਹਰਨ ਲੈ ਕੇ ਦੇ ਰਿਹਾ ਹੈ, ਸਾਰੇ ਵਰਗਾਂ ਨਾਲ ਇਦਾਂ ਹੋਇਆ। ਉਹ 45,400 ਤੇ ਫਿੱਟ ਹੋਏ ਹੈ। 15% ਜਿਨ੍ਹਾਂ ਨੇ ਵਾਧਾ ਲਿਆ, ਸ਼ੁਰੂਆਤੀ ਤਨਖਾਹ ਗਰੁੱਪ ਕਿਹੜਾ ਬਣਿਆ ਉਹਨਾਂ ਦਾ? ਸੀ। ਧਿਆਨ ਨਾਲ ਦੇਖਣ ਯੋਗ ਹੈ, ਗਰੁੱਪ ਸੀ ਲੈਵਲ 10। ਤੇ ਦੂਜੇ ਪਾਸੇ ਜੇ ਕਿਤੇ ਪੇ 2.59 ਦਾ ਗੁਣਾਂਕ ਮਿਲ ਜਾਂਦਾ, ਨਵੇਂ ਜਿੰਨੇ ਵੀ ਅਧਿਆਪਕ ਸਾਥੀ ਹੈ ਉਹਨਾਂ ਲਈ 18,030 ਗੁਣਾ 2.59 46,700 ਬਣਦਾ। ਫਿਟਮੈਂਟ 19,47,600 ਤੇ ਹੋਣਾ ਤੇ ਲੈਵਲ ਕਿਹੜਾ ਹੋਏਗਾ? 14। ਗਰੁੱਪ ਕਿਹੜਾ? ਬੀ। ਇੱਥੇ 15% ਵਾਧੇ ਦੇ ਨਾਲ ਤੁਸੀਂ ਗਰੁੱਪ ਸੀ 'ਚ ਰਹੋਗੇ, ਲੈਵਲ 10 'ਚ ਰਹੋਗੇ, 2.59 ਦੇ ਨਾਲ ਲੈਵਲ 14 'ਚ ਆਉਂਗੇ, ਗਰੁੱਪ ਬੀ 'ਚ ਆਉਂਗੇ। ਸਟੇਟਸ ਦਾ ਵੀ ਫਰਕ ਹੈ। ਹੁਣ ਅਗਲੀ ਗੱਲ ਮੈਂ ਇੱਕ ਹੋਰ ਤੁਹਾਨੂੰ ਦੱਸਣੀ ਚਾਹਨਾ, ਜਿਸ ਤਰ੍ਹਾਂ ਸਾਡੀ 5000 ਗ੍ਰੇਡ ਪੇ ਨੂੰ ਇਸ ਪੇ ਕਮਿਸ਼ਨ ਨੇ ਨਹੀਂ ਮੰਨਿਆ, ਜਦੋਂ ਹੁਣ ਅਗਲਾ ਪੇ ਕਮਿਸ਼ਨ ਆਊਗਾ
उस वेले भी इसे तरह होना 15% ਜਿਹੜਾ वाधा है वो अगले पे कमीशन जे नहीं मंगता, जिवें साडी 5000 ग्रेड पे नहीं मन्निया, तो फिर क्या स्थिति बननी? जिन्होंने 15% वाधा लिया फिर यह स्थिति बन जानी 18450 गुणा 2.25 नाल आ जाना भी 41513 41600 ते फिट होणगे। लैवल 10 ग्रुप सी जिहड़े 45400 ते फिट होए आ, अगले पे कमीशन ने उन्होंने 41600 मन के फिटमेंट देनी है। पर जे 259 का लाभ मिल जाता है फिर वो 4700 600 ते लैवल 14 ग्रुप बी दे विच आउणगे। सो मैं एक बार फिर 15% वालियां लई खास तौर पर गल करदा, जिहड़े इहदे नाल खुश होए आ, जे उन्होंने 259 का लाभ मिलता है तो 47600 ते जाणगे। 41600 नाल जे उन्होंने 15% पे कमीशन की फिक्सेशन लिए कढ़ दिता जाता तो 6000 बेसिक पे का उन्होंने फर्क पैंदा। 6000 बेसिक का मतलब 10000 सैलरी जी अज की तरीक च। सो साथियों, ये जिहड़ा हैगा हुण अगली गल जिहड़ी मैं करनी चाहना वो ये गल है कि सानू इस कानूनी लड़ाई लिए क्यों तुरना पिया, क्योंकि संघर्ष दे विच बहुत लड़ना है तो 2011 होए मिले वाधियां नूं छड्डणगे। इस तरह बड़ा जिहड़ा घाटा पिया, मैं तुहानूं पहलां ये आरसी नैयर का करैक्शन लैटर दिखा रहा जिहड़ा 1/10/11 नूं इंप्लीमेंट होया, जिहदे मुताबक मास्टर केडर नूं 4600 मिली। ETD जिहड़ा हैगा 5910 20200 के स्केल तो सब तो बड़ा जंप मार के 10 334 800 के 3200 के स्केल दे विच आ गया। 11470 तो 16290 की शुरुआती तनख्वाह मिली। C&B वर्ग नूं 13500 की जगह 17420 4400 ग्रेड पे नाल हो गई। मास्टर केडर 3600 ग्रेड पे लैंदा होया 1400 430 की जगह 4600 ग्रेड पे मिलण नाल 18030 की बेसिक ते आ गया। BPO स्कूल लैक्चरर वोकेशनल मास्टर 4200 ग्रेड पे जिहड़े लैंदे थे 16290 लैंदे थे वो 5000 ग्रेड पे नाल 18450 ते आ गया। हेडमास्टर जिहड़े 4400 ग्रेड पे नाल 17420 लैंदे थे वो 5400 ग्रेड पे दे नाल 20300 ते आ गए है। इन्ना वड्डा जिहड़ा फायदा होया। इस चीज़ नूं सही मनदिआं पे कमीशन ने हुण दे पे कमीशन ने उहदे रूल पढ़ सकते हैं तुसीं पन्ना नंबर 43 ते 5.81 दे विच उहने पहले ग्रुप दे विच 259 दिता है ते इहनूं पे कमीशन दियां देखो मैं तुहानूं पढ़ के भी सुना दिना। द कमीशन एक्सैप्ट द री-रिवीजन एज पार्ट ऑफ द 5th पे कमीशन रिकमेंडेशन। 5वें पे कमीशन दियां सिफारिशां नूं उन्हें एक्सैप्ट कर लिया। द पे इन रिस्पैक्ट ऑफ दीज कैटागरीज ऑफ एम्पलाइज वुड अकॉर्डली बी फिक्सड फ्रॉम 1/1/2016 ऑन द बेसिक पे ड्रान बाई दैम ऑन 31/12। सो इस चीज़ ने मान लिया पे कमीशन ने 2.59 का गणांक दिता। तो दूजे हिस्से दे विच अगला आ गया रिवीजन ऑफ द रिकमेंडेशन ऑफ द कैबिनेट सब कमेटी। उन्होंने दिस विल नॉट बी एनी फर्दर इनक्रीज, इन्होंने रिजेक्ट करता, इन्हों नहीं मनिया। सो साथियों, हुण मैं तुहानूं यही गल दसनी चाहना कि इस चीज़ के नाल साडा स्टेटस जिहड़ा 3600 के नाल सी ग्रुप च है, जे 4600 हुंदी है असीं बी ग्रुप च आ जाने हैं। एक साडे लई बड़ा पिछले समय दे विच जदों पे कमीशन की रिपोर्ट आई है बड़ा घाटे वाला मुद्दा रहा है कि असीं 15% के वाधे नाल बहुत ज़्यादा खुश होए हैं। जिद्दां असीं 5000 ग्रेड पे मिलण ते बहुत खुश होए थे, वो हुण दे पे कमीशन ने मन्नी नहीं, 4600 मन के सानूं 259 का गणांक दिता। इसे तरह 15 कैटागरियां च काम करदे अध्यापकां नूं 1-1000 ग्रेड पे जिहड़ी घट दित्ती गई है ते 21/4/2009 नूं एक करैक्शन लैटर जारी करके उन्होंने अपनी इस गलती नूं दुरुस्त करदिआं ਇਹ ਜਿਹੜੀਆਂ ਕੈਟਾਗਰੀਆਂ ਦਾ मैं वर्णन किया इन्हों 1-1000 ग्रेड पे वाधू देती। 1000 ग्रेड पे का मतलब 1000 रुपया नहीं है। 1000 ग्रेड पे दे नाल इनिशियल पेज बहुत बड़ा फर्क पैंदा। उदाहरण लैने मास्टर केडर की। मास्टर केडर दे विच जे गल करिए 3600 ग्रेड पे दे नाल जिहड़ी सानूं 1-1/6 तो मिली है 14430 बेसिक बनती है।
ਤੇ 1/10/11 ਤੋਂ ਜਦੋਂ ਸਾਨੂੰ 4600 ਮਿਲੀ ਤਾਂ 18,030 ਬਣੀ ਹੈ। 4000 ਬੇਸਿਕ ਪੇ ਦਾ ਵੱਡਾ ਫਰਕ ਹੈ। ਇਸ ਚੀਜ਼ ਨੂੰ ਹੁਣ ਵਾਲੇ ਪੇ ਕਮਿਸ਼ਨ ਨੇ ਜਿਹੜਾ ਹੈਗਾ ਉਹਨਾਂ ਨੂੰ ਸਵੀਕਾਰ ਕੀਤਾ ਹੈ। ਉਹਨਾਂ ਇਹਨੂੰ ਸਵੀਕਾਰ ਕਰਦਿਆਂ ਕਿਹਾ, ਹੁਣ ਇਹ ਤੋਂ ਪਹਿਲਾਂ ਮੈਂ ਥੋੜਾ ਜਿਹਾ ਹੋਰ ਪਿੱਛੇ ਚੱਲ ਜਾਵਾਂ, ਗੱਲ ਪਿੱਛੇ ਲੈ ਕੇ ਜਾ ਰਿਹਾ ਵੀ ਜਦੋਂ 1/10/11 ਨੂੰ ਜਲੰਧਰ ਰੈਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਕਰੈਕਸ਼ਨ ਲੈਟਰ ਨੂੰ ਇੰਪਲੀਮੈਂਟ ਕੀਤਾ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਵਾਲੇ ਨੂੰ, ਜਿਹਦੇ ਮੁਤਾਬਕ ਤੁਹਾਨੂੰ 4600 ਗ੍ਰੇਡ ਪੇ ਮਿਲੀ ਹੈ। ਪਰ ਉਸ ਤੋਂ ਬਾਅਦ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਸਬ ਕਮੇਟੀ ਦੇ ਰਾਹੀਂ ਬਹੁਤ ਸਾਰੇ ਵਰਗ ਜਿਹੜੇ ਆ ਉਹ ਆਪਣੀਆਂ ਗ੍ਰੇਡ ਪੇਆਂ 'ਚ ਵਾਧਾ ਕਰਾ ਗਏ, ਜਿਵੇਂ ਸਾਡੀ ਵੀ 5000 ਗ੍ਰੇਡ ਪੇ ਹੋ ਗਈ ਸੀ। ਜਦੋਂ ਹੁਣ 6ਵਾਂ ਪੇ ਕਮਿਸ਼ਨ ਦੀ ਰਿਪੋਰਟ ਆਈ ਹੈ ਤਾਂ 6ਵੇਂ ਪੇ ਕਮਿਸ਼ਨ ਨੇ ਸਮੁੱਚੇ ਮੁਲਾਜ਼ਮਾਂ ਨੂੰ 3 ਹਿੱਸਿਆਂ ਵਿੱਚ ਵੰਡਿਆ। ਪਹਿਲੇ ਹਿੱਸੇ ਦੇ ਵਿੱਚ ਉਹਨੇ ਉਹਨਾਂ ਮੁਲਾਜ਼ਮਾਂ ਨੂੰ ਲਿਆ ਜਿਨ੍ਹਾਂ ਨੂੰ ਜਿਹੜੀ 1/6 ਨੂੰ ਗ੍ਰੇਡ ਪੇ ਮਿਲ ਗਈ, ਉਹਨਾਂ ਦੀ ਗ੍ਰੇਡ ਪੇ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ, ਤੇ ਉਹਨਾਂ ਨੂੰ ਉਹਨੇ 2.59 ਦਾ ਗੁਣਾਂਕ ਜਿਹੜਾ ਦਿੱਤਾ। ਦੂਜੇ ਗਰੁੱਪ ਦੇ ਵਿੱਚ ਉਹਨੇ ਉਹਨਾਂ ਅਧਿਆਪਕਾਂ ਨੂੰ ਰੱਖਿਆ, ਜਿਨ੍ਹਾਂ ਮੁਲਾਜ਼ਮਾਂ ਨੂੰ ਰੱਖਿਆ ਜਿਨ੍ਹਾਂ ਦੀਆਂ ਗ੍ਰੇਡ ਪੇਆਂ ਰਿਵਾਈਜ਼ ਹੋਈਆਂ। ਉਹਨੂੰ ਵੀ ਅੱਗੇ ਉਹਨੇ 2 ਹਿੱਸਿਆਂ 'ਚ ਵੰਡਿਆ। ਪਹਿਲੇ ਹਿੱਸੇ ਵਿੱਚ ਉਹ ਮੁਲਾਜ਼ਮ ਜਿਨ੍ਹਾਂ ਦੀ ਗ੍ਰੇਡ ਪੇ ਦੇ ਵਿੱਚ ਵਾਧਾ ਪੇ ਕਮਿਸ਼ਨ ਦੀਆਂ ਲੇਟ ਇੰਪਲੀਮੈਂਟੇਸ਼ਨ ਕਾਰਨ ਹੋਇਆ ਸੀ, ਜਿਵੇਂ ਸਾਡਾ 3600 ਤੋਂ 4600 ਹੋਇਆ ਸੀ, ਉਹਨਾਂ ਨੂੰ ਨਾ ਸਵੀਕਾਰ ਕਰਕੇ ਦੂਜੇ ਮੁਲਾਜ਼ਮਾਂ ਦੀ ਤਰ੍ਹਾਂ 2.59 ਦਾ ਗੁਣਾਂਕ ਦਿੱਤਾ। ਤੇ ਬਾਕੀ ਜਿਹੜੇ ਸਬ ਕਮੇਟੀ ਦੀਆਂ ਸਿਫਾਰਿਸ਼ਾਂ ਸੀ, ਜਿੱਦਾਂ ਸਾਡੀ 4600 ਤੋਂ 5000 ਹੋਈ ਸੀ ਤੇ ਹੋਰ ਬਹੁਤ ਸਾਰੇ ਵਰਗਾਂ ਦੀਆਂ ਗ੍ਰੇਡ ਪੇਆਂ 'ਚ ਵਾਧਾ ਹੋਇਆ ਸੀ, ਉਹਨੂੰ ਉਹਨੇ ਨਾ ਮਨਜ਼ੂਰ ਕਰਤਾ, ਰਿਜੈਕਟ ਕਰ ਦਿੱਤਾ ਤੇ ਉਹਨਾਂ ਨੂੰ 2.25 ਦਾ ਗੁਣਾਂਕ ਦਿੱਤਾ। ਜੇ ਉਹਨਾਂ ਨੇ 2.59 ਦਾ ਗੁਣਾਂਕ ਲੈਣਾ ਹੈ ਤਾਂ ਉਹ 2011 'ਚ ਹੋਏ ਮਿਲੇ ਵਾਧਿਆਂ ਨੂੰ ਛੱਡਣਗੇ। ਲੋਕਾਂ ਦਾ ਜਿਹੜਾ ਸਾਥ ਹੈ ਬਹੁਤ ਨਕਾਰਾਤਮਕ ਰਿਹਾ ਹੈ। ਮਰਿੰਡਾ ਚਮਕੌਰ ਸਾਹਿਬ ਦੀਆਂ ਰੈਲੀਆਂ 'ਚ ਬਹੁਤ ਘੱਟ ਗਿਣਤੀ 'ਚ ਸ਼ਮੂਲੀਅਤ ਹੋਈ ਹੈ। ਸਾਡਾ ਜਿਹੜਾ ਲੇਡੀਜ਼ ਵਰਗ ਹੈ ਬਿਲਕੁਲ ਵੀ ਨਿਕਲਦਾ ਨਹੀਂ। ਇਸ ਕਾਰਨ ਜਿਹੜਾ ਸਾਥੀਆਂ ਦੇ ਕਹਿਣ ਤੇ ਆਪਾਂ ਇੱਕ ਕਾਨੂੰਨੀ ਰਾਹ ਚੁਣਿਆ ਹੈ ਕਿ ਚਲੋ ਇਸ ਮੁੱਦੇ ਨੂੰ ਲੈ ਕੇ ਕੋਰਟ 'ਚ ਲੜੀਏ, ਤਾਂ ਜੋ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਉਹ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਕੁਝ ਨਾ ਕੁਝ ਪ੍ਰਾਪਤ ਕਰ ਸਕੀਏ। ਖਾਸ ਕਰਕੇ ਮੈਂ ਬੇਨਤੀ ਕਰੂੰਗਾ ਲੇਡੀ ਟੀਚਰਸ ਨੂੰ, ਭਈ ਤੁਹਾਡੇ ਇੱਕ ਸੂਟ ਦਾ ਹੀ ਮੁੱਲ ਹੈ। ਕਈ ਬੰਦੇ ਕਹੀ ਜਾਂਦੇ ਆ ਵੀ ਕਿੰਨੇ ਪੈਸੇ ਆ, ਇਹਦੇ ਵਿੱਚ ਬਹੁਤ ਸਾਰੇ ਕਈ ਪ੍ਰਕਾਰ ਦੇ ਖਰਚੇ ਹੋਣੇ ਆ ਜਿਹੜੇ ਆਪਾਂ ਤੁਹਾਨੂੰ ਮੀਟਿੰਗਾਂ 'ਚ ਦੱਸ ਸਕਦੇ ਆ, ਇੱਥੇ ਵੀਡੀਓ 'ਚ ਨਹੀਂ ਦੱਸ ਸਕਦੇ ਆ। ਸੋ ਇਸ ਕਰਕੇ ਸਾਰੇ ਕੋਈ ਗੱਲ ਨਹੀਂ, ਇੱਕ ਤਾਂ ਸੂਟ ਘੱਟ ਸਿਆ ਲਿਓ, ਸਾਰੇ ਜਿਹੜੇ ਆ ਇਸ ਰਿਟ ਦਾ ਜਿਹੜਾ ਹਿੱਸਾ ਬਣੀਏ। ਤੁਹਾਡੀ ਖੁਸ਼ੀ ਹੈ, ਅਸੀਂ ਕਿਸੇ ਨੂੰ ਕੰਪੈਲ ਨਹੀਂ ਕਰਦੇ। ਜੇ ਤੁਹਾਨੂੰ ਇਹ ਗੱਲ ਠੀਕ ਲੱਗੀ ਤਾਂ ਤੁਸੀਂ ਰਿਟ ਦਾ ਹਿੱਸਾ ਬਣ ਸਕਦੇ ਆ, ਅਦਰਵਾਈਜ਼ ਨਹੀਂ। ਹੁਣ ਮੈਂ ਇਹ ਗੱਲ ਕਰਾਂਗਾ ਵੀ ਇਸ ਰਿਟ ਦੇ ਵਿੱਚ ਸ਼ਾਮਲ ਕੌਣ ਹੋ ਸਕਦੇ ਆ। ਇਸ ਰਿਟ ਦੇ ਵਿੱਚ JBT, ETT, HT, CHT, BPO ਪ੍ਰਾਇਮਰੀ ਵਰਗ ਚੋਂ, ਸੈਕੰਡਰੀ ਵਰਗ ਚੋਂ ਆਰਟ ਐਂਡ ਕਰਾਫਟ ਟੀਚਰ, PTI ਮਾਸਟਰ, ਲੈਕਚਰਰ, ਵੋਕੇਸ਼ਨਲ ਮਾਸਟਰ ਤੇ ਹੈਡਮਾਸਟਰ ਜਿਹੜੇ ਸ਼ਾਮਲ ਹੋ ਸਕਦੇ ਆ। ਹਾਂ, ਇੱਕ ਰਿਟਾਇਰੀ ਸੱਜਣਾ ਦੇ ਬਹੁਤ ਫੋਨ ਆਉਂਦੇ ਆ, ਉਹਨਾਂ ਨੂੰ ਮੈਂ ਦੱਸੂਗਾ ਵੀ ਜਿਹੜੇ 31/12/15 ਤੋਂ ਬਾਅਦ ਸੇਵਾ ਮੁਕਤ ਹੋਏ ਆ 58 ਸਾਲ ਦੀ ਸਰਵਿਸ ਪੂਰੀ ਕਰਕੇ, ਉਹੀ ਇਸ ਰਿਟ ਦਾ ਹਿੱਸਾ ਬਣ ਸਕਦੇ ਆ। 17/7/20 ਤੋਂ ਪਹਿਲਾਂ ਜਿਹੜੇ ਅਧਿਆਪਕ ਨੌਕਰੀ ਵਿੱਚ ਆ ਚੁੱਕੇ ਆ ਉਹੀ ਇਸ ਰਿਟ ਦਾ ਹਿੱਸਾ ਬਣ ਸਕਦੇ ਆ। 17/7/20 ਤੋਂ ਬਾਅਦ ਵਾਲਿਆਂ ਨੂੰ ਇਸ ਰਿਟ ਦਾ ਕੋਈ ਲਾਭ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ SSA ਰਮਸਾ, CSS ਅਧਿਆਪਕ 60/60, 34/42, 76/54, 35/82, 51/78 ਅਤੇ ਹੋਰ ਵੀ ਜਿੰਨੀਆਂ ਨਵੀਆਂ ਭਰਤੀਆਂ 17/7/20 ਤੋਂ ਪਹਿਲਾਂ ਹੋਈਆਂ ਹੈ, ਉਹਨਾਂ ਨੂੰ ਇਸ ਰਿਟ ਦਾ ਸਭ ਤੋਂ ਜ਼ਿਆਦਾ ਲਾਭ ਹੋਵੇਗਾ। ਸੋ ਅੰਤ ਵਿੱਚ ਮੈਂ ਇਸ ਚੀਜ਼ ਨੂੰ ਇੱਥੇ ਹੀ ਰੋਕਦਾ ਹੋਇਆ ਆਪ ਜੀ ਨੂੰ ਬੇਨਤੀ ਕਰਦਾ ਕਿ ਜੇ ਇਹ ਗੱਲ ਤੁਹਾਨੂੰ ਸਾਡੀ ਠੀਕ ਲੱਗੀ ਹੈ, ਜੇ ਤੁਹਾਨੂੰ ਲੱਗਦਾ ਹੈ ਵੀ ਇਹ ਸਾਰੀ ਲੜਾਈ ਜਿਹੜੀ ਹੈ ਲੜਨੀ ਚਾਹੀਦੀ ਹੈ, ਤਾਂ ਇਸ ਵਿੱਚ ਸਾਡਾ ਸਾਥ ਦਿਓ, ਤਾਂ ਜੋ ਅਸੀਂ ਆਪਣਾ ਜਿਹੜਾ ਸਟੇਟਸ ਹੈ ਉਹ C ਗਰੁੱਪ ਤੋਂ ਮੁੜ ਕੇ B 'ਚ ਲਿਆ ਸਕੀਏ। ਜਿੱਥੇ ਸਾਡਾ ਆਰਥਿਕ ਵਾਧਾ ਹੋਣਾ ਉੱਥੇ 10 ਲੈਵਲ ਤੋਂ 14 ਲੈਵਲ 'ਚ ਜਾਣਾ, C ਗਰੁੱਪ ਤੋਂ B 'ਚ ਆਉਣਾ ਵੱਡੀ ਪ੍ਰਾਪਤੀ ਹੋਵੇਗੀ। ਬਾਕੀ ਕਿਸੇ ਲਈ ਕੋਈ ਕੰਪਲਸ਼ਨ ਨਹੀਂ ਹੈ। ਜੇ ਕਿਸੇ ਨੂੰ ਸਾਡੇ ਤੇ ਵਿਸ਼ਵਾਸ ਹੈਗਾ ਤਾਂ ਉਹ ਰਿਟ ਦਾ ਹਿੱਸਾ ਬਣੋ, ਜੇ ਕਿਸੇ ਨੂੰ